सेवा देश दी जिंदड़ी है बड़ी औखी ते गल्लां करनियां बहुत सखलियां ने ओ जिन्ना देश दी सेवा विच पैर पाया ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਜਦੋਂ ਇਸ ਪ੍ਰੋਜੈਕਟ ਦਾ ਪਤਾ ਲੱਗਾ ਤੇ ਸਭ ਤੋਂ ਪਹਿਲਾਂ ਅਸਾਂ ਰਲ ਕੇ ਇਹਦੇ ਤੇ ਵਿਚਾਰ ਕੀਤੀ ਤੇ ਫਤਿਹ ਫਾਊਂਡੇਸ਼ਨ ਜਿਹੜੀ ਆ ਉਹ ਆਰਗੇਨਾਈਜੇਸ਼ਨ ਜਿਹੜੀ ਉਹ ਕਾਇਮ ਕੀਤੀ। ਇਹ ਪ੍ਰੋਜੈਕਟ ਦੇ ਨਾਲ ਸਾਡੀ ਇੱਥੇ ਪਛਾਣ ਬਣੂਗੀ ਵੀ ਪੱਗ ਵਾਲੇ ਜਿਹੜੇ ਨੇ ਇਹ ਕੌਣ ਨੇ, ਇਹਨਾਂ ਦਾ ਆਸਟ੍ਰੇਲੀਆ ਨੂੰ ਕੰਟਰੀਬਿਊਟ ਕੀ ਆ। ਜਿਉਂ ਅੰਬਰ ਦੇ ਤਾਰੇ, ਇਹ ਜਿਹੜੀ ਹੁਣ ਡੱਕ ਪਾਰਕ ਆ, ਹੋ ਸਕਦਾ ਇਹ ਪੰਜਾਬੀਆਂ ਦੀ ਮੇਲੇ ਦੀ ਪਾਰਕ ਇਹਦਾ ਨਾਂ ਹੋ ਜੇ ਕਿਸੇ ਦਿਨ ਨੂੰ। ਇਹ ਉਹ ਭਾਗਾਂ ਵਾਲਾ ਪਾਰਕ ਆ ਜਿਸ ਪਾਰਕ ਦੇ ਵਿੱਚ ਸਿੱਖ ਸੋਲਜਰ ਦਾ ਸਾਡੇ ਬੁੱਤ ਜਿਹੜਾ ਉਹ ਲਗਾਇਆ ਜਾਣਾ ਆ। ਸਿੱਖਾਂ ਦੀ ਜੋ ਹੋਂਦ ਹੈ, ਸਾਡੀ ਜੋ ਕੰਟਰੀਬਿਊਸ਼ਨ ਹੈ ਵਰਲਡ ਵਾਰਸ ਦੇ ਵਿੱਚ, ਉਹ ਸਾਨੂੰ ਦਿਖਾਣੀ ਔਰ ਲੋਕਾਂ ਨੂੰ ਦੱਸਣਾ ਪੈਂਦਾ। ਲੋਕਾਂ ਨੂੰ ਪਤਾ ਨਹੀਂ ਹੈ। ਆਸਟ੍ਰੇਲੀਆ ਦੇ ਵਿੱਚ ਫੌਜੀ ਭਾਈਆਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਆ। ਸੋ ਅਸੀਂ ਉਹਨਾਂ ਨਾਲ ਇਹ ਸਾਂਝ ਪਾਉਣਾ ਚਾਹੁੰਦੇ ਸਾਂ ਕਿ ਜਿਹੜੇ ਸਿੱਖ ਆ ਉਹ ਵੀ ਵਾਰੀਅਰਸ ਨੇ। ਅਸੀਂ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਸ਼ਾਮਲ ਸਾਂ। ਅਸੀਂ ਆਪਣੇ ਵੱਲੋਂ ਪੂਰੀ ਲੜਾਈ ਲੜੀ ਆ। ਕਿਆ ਤਾਂ ਇੱਕ ਮਾਡਲ ਦਿਸ ਰਿਹਾ ਹੈ। ਹਾਂਜੀ ਹਾਂਜੀ। ਸੋ ਇਹਦਾ ਸਾਈਜ਼ ਕਿੰਨਾ ਕੁ ਹੋਏਗਾ ਜਿਹੜਾ ਜਦੋਂ ਆਪਾਂ ਇੱਥੇ ਸਥਾਪਿਤ ਕਰ ਲਿਆ ਬੁੱਤ, ਤੇ ਇਹਦਾ ਕੁੱਲ ਜਿਹੜਾ ਹਾਈਟ ਆ ਜਾਂ ਕਿੰਨਾ ਕੁ ਵੱਡਾ ਹੋਏਗਾ? ਇਸ ਸਟੈਚੂ ਦਾ ਜਿਹੜਾ ਸਾਈਜ਼ ਹੈ ਉਹ 1.8 ਮੀਟਰਸ, ਮਤਲਬ 6 ਫੁੱਟ, ਤਕਰੀਬਨ 6 ਫੁੱਟ। ਹਾਂਜੀ। ਅੱਛਾ ਜੀ। ਤੇ ਜਿਹੜਾ ਬੇਸ ਹੈ ਉਹ 1.5 ਮੀਟਰਸ, 1.5 ਮੀਟਰ ਦੇ ਕਰੀਬ। ਹਾਂਜੀ। ਹਰ ਇੱਕ ਖਰਚੇ ਦੀ ਬਕਾਇਦਾ ਰਸੀਦ ਔਰ ਬਕਾਇਦਾ ਕਮਿਊਨਿਟੀ ਦੀ ਇਨਫੋਰਮੇਸ਼ਨ ਜਿਹੜੀ ਆ ਵੈਬਸਾਈਟ ਦੇ ਉੱਤੇ ਵੀ ਉਪਲਬਧ ਹੋਊਗੀ। ਜਿਹੜਾ ਜਦੋਂ ਮਰਜ਼ੀ ਚਾਹੇ ਉਹ ਉਹਨੂੰ ਚੈੱਕ ਕਰ ਸਕਦਾ ਆ। ਕੈਸ਼, ਚੈੱਕ ਜਾਂ ਬੈਂਕ ਅਕਾਊਂਟਸ ਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਸਾਡੀ ਵੈਬਸਾਈਟ fatehfoundation.org.au ਦੇ ਉੱਤੇ ਮੌਜੂਦ ਨੇ ਜੀ। ਇੱਕ GoFundMe ਦਾ ਵੀ ਲਿੰਕ ਹੈਗਾ ਹੈ, ਉਹ ਵੀ ਸਾਡੀ ਵੈਬਸਾਈਟ ਦੇ ਉੱਤੇ ਹੈਗਾ। ਔਰ ਜੇ ਕੋਈ GoFundMe ਦੇ ਉੱਤੋਂ ਵੀ ਪੈਸੇ ਪਾਉਣਾ ਚਾਹਵੇ ਤੇ ਉਹ ਵੀ ਸਾਨੂੰ ਉਹਦੇ ਉੱਤੇ ਪਾ ਸਕਦੇ ਨੇ। ਪ੍ਰਾਈਮ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਇਸ ਵੇਲੇ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਦੇ ਇੱਕ ਸਬਰਬ ਗਲੈਨਵੁੱਡ ਦੇ ਪਾਰਕ ਵਿੱਚ ਖੜੇ ਹਾਂ। ਇਹ ਉਹ ਭਾਗਾਂ ਵਾਲਾ ਪਾਰਕ ਆ ਜਿਸ ਪਾਰਕ ਦੇ ਵਿੱਚ ਸਿੱਖ ਸੋਲਜਰ ਦਾ ਸਾਡੇ ਬੁੱਤ ਜਿਹੜਾ ਉਹ ਲਗਾਇਆ ਜਾਣਾ ਆ। ਸੋ ਫਤਿਹ ਫਾਊਂਡੇਸ਼ਨ ਨੇ ਇਹ ਐਫਰਟ ਕਾਫੀ ਦੇਰ ਤੋਂ ਸ਼ੁਰੂ ਕੀਤੀ ਹੋਈ ਸੀ। ਇਸ ਪ੍ਰੋਜੈਕਟ ਤੇ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਆ ਔਰ ਇਹ ਹੁਣ ਕਾਫੀ ਲੰਮਾ ਸਮਾਂ ਦੀ ਘਾਲਣਾ ਤੋਂ ਬਾਅਦ ਫਾਈਨਲ ਬੁੱਤ ਦਾ ਜਿਹੜਾ ਮਾਡਲ ਆ ਉਹ ਬਣ ਕੇ ਸਾਡੇ ਕੋਲ ਤਿਆਰ ਆ। ਸੋ ਅਮਰਿੰਦਰ ਸਿੰਘ ਬਾਜਵਾ ਹੋਰੀ ਉਹ ਨੇ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਕਨਸੀਵ ਕੀਤਾ, ਇਸ ਪ੍ਰੋਜੈਕਟ ਤੇ ਕੰਮ ਕੀਤਾ। ਸਾਰਿਆਂ ਦੀ ਕੰਸਲਟੇਸ਼ਨ ਲੈ ਕੇ, ਸਲਾਹ ਲੈ ਕੇ ਤੇ ਫਾਈਨਲ ਜਿਹੜਾ ਬੁੱਤ ਦਾ ਮਾਡਲ ਸਾਡੇ ਕੋਲ ਤਿਆਰ ਆ। ਉਹ ਜਗ੍ਹਾ ਆ ਜਿਸ ਜਗ੍ਹਾ ਦੇ ਉੱਤੇ ਇਹ ਵਾਲਾ ਬੁੱਤ ਲਗਾਇਆ ਜਾਣਾ ਆ ਔਰ ਤੁਹਾਡੇ ਨਾਲ ਮੈਂ ਸਾਂਝ ਪਾਉਣ ਜਾ ਰਿਹਾ ਹਾਂ ਫਤਿਹ ਫਾਊਂਡੇਸ਼ਨ ਤੋਂ ਸਰ ਅਮਰਿੰਦਰ ਸਿੰਘ ਬਾਜਵਾ, ਉਹਨਾਂ ਦੇ ਨਾਲ ਹੀ ਸਾਡੇ ਧਾਰੀਆ ਸਾਹਿਬ ਨੇ ਤੇ ਹਰਕੀਰਤ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਇਹ ਤੁਸੀਂ ਇੱਕ ਬੜਾ ਇੰਪੋਰਟੈਂਟ ਪ੍ਰੋਜੈਕਟ ਸ਼ੁਰੂ ਕੀਤਾ ਆ। ਸੋ ਇਸ ਪ੍ਰੋਜੈਕਟ ਬਾਰੇ ਥੋੜ੍ਹੀ ਜਿਹੀ ਸਾਡੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਨਾਲ ਸਾਂਝ ਪਾਓ ਕਿ ਕਿਸ ਤਰ੍ਹਾਂ ਤੁਹਾਡੇ ਇਹ
ਪ੍ਰੋਜੈਕਟ ਦਿਮਾਗ 'ਚ ਆਇਆ ਤੇ ਕਿਸ ਤਰ੍ਹਾਂ ਫਿਰ ਇਹਦੇ 'ਤੇ ਕੰਮ ਸ਼ੁਰੂ ਹੋਇਆ ਤੇ ਕਿੱਥੇ ਪਹੁੰਚੀ ਗੱਲ ਹੁਣ? ਹਾਂਜੀ, ਮੈਂ ਆਸਟ੍ਰੇਲੀਆ ਅਪਰੋਕਸੀਮੇਟਲੀ 20 ਸਾਲ ਪਹਿਲਾਂ ਆਇਆ ਜੀ। ਜੀ। ਔਰ ਆਉਂਦੇ ਹੀ ਮੈਨੂੰ ਪਤਾ ਲੱਗਾ ਕਿ ਇੱਥੇ ਜਿਹੜੇ ਐਨਜ਼ੈਕ ਡੇ ਪਰੇਡ ਹੁੰਦੀ ਹੈ ਜੀ। ਉਹਦੇ ਵਿੱਚ ਸਿੱਖ ਫੌਜੀ ਵੀ ਹਿੱਸਾ ਲੈਂਦੇ ਨੇ, ਸਿੱਖ ਕੰਟਿੰਜੈਂਟ ਹੁੰਦੀ ਹੈ। ਜੀ। ਔਰ ਉਹਨਾਂ ਨੂੰ ਦੇਖ ਕੇ ਮੇਰੇ ਫਾਦਰ ਸਾਹਿਬ ਵੀ ਆਰਮੀ ਸੀਗੇ ਤੇ ਉਹ ਇੱਕ ਹੋਰ ਉਤਸ਼ਾਹ ਹੋ ਗਿਆ ਉਹਨਾਂ ਦੇ ਨਾਲ, ਮੈਂ ਜੁੜ ਗਿਆ ਜੀ। ਔਰ ਪਾਰਟਿਸਿਪੇਟ ਵੀ ਕੀਤਾ ਪਰੇਡ ਦੇ ਵਿੱਚ। ਔਰ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਦੇਖਿਆ ਤੇ ਸਾਨੂੰ ਸਮਝ ਆਈ ਕਿ ਸਾਨੂੰ ਆਪਣੀ ਆਈਡੈਂਟੀਟੀ ਜਿਹੜੀ ਹੈ ਔਰ ਜਿਹੜੇ ਸਿੱਖਾਂ ਦੀ ਜੋ ਹੋਂਦ ਹੈ, ਸਾਡੀ ਜੋ ਕੰਟਰੀਬਿਊਸ਼ਨ ਹੈ ਵਰਲਡ ਵਾਰਸ ਦੇ ਵਿੱਚ ਜਾਂ ਆਪਣੇ ਦੂਸਰੇ ਵਾਰਸ ਦੇ ਵਿੱਚ, ਉਹ ਸਾਨੂੰ ਦਿਖਾਣੀ ਔਰ ਲੋਕਾਂ ਨੂੰ ਦੱਸਣਾ ਪੈਂਦਾ। ਲੋਕਾਂ ਨੂੰ ਪਤਾ ਨਹੀਂ ਹੈ ਔਰ ਉਹ ਈਵਨ ਸਾਡੇ ਆਪਣੀ ਕਮਿਊਨਿਟੀ ਨੂੰ ਵੀ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਜਿਹੜੀਆਂ ਕਿ ਹੁਣ ਗਲੀ ਪਲੀ ਦੇ ਵਿੱਚ ਸਿੱਖਾਂ ਦੀ ਕਿੰਨੀ ਕੰਟਰੀਬਿਊਸ਼ਨ ਹੈ। ਉਹ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸੋਚਿਆ ਕਿ ਅਸੀਂ ਇੱਕ ਇਹੋ ਜਿਹਾ ਕੋਈ ਮੋਨੂਮੈਂਟ ਤਿਆਰ ਕਰੀਏ ਜਾਂ ਮੈਮੋਰੀਅਲ ਤਿਆਰ ਕਰੀਏ ਜਿਹੜਾ ਕਿ ਇਸ ਚੀਜ਼ ਨੂੰ ਹਾਈਲਾਈਟ ਕਰੇ। ਹਾਂਜੀ ਜੀ। ਸੋ ਇਹ ਗਲੈਨਵੁੱਡ ਉਹ ਸਬਰਬ ਹੈ ਜਿਹਦੇ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ ਘਰ ਜਿਹੜੇ ਪਾਰਕਲੀ, ਜਿਹਨੂੰ ਵੀ ਕਹਿ ਦਿੰਦੇ ਅਸੀਂ ਗਲੈਨਵੁੱਡ ਗੁਰੂ ਘਰ ਵੀ ਕਹਿ ਦਿੰਦੇ ਹਾਂ। ਸੋ ਸਭ ਤੋਂ ਵੱਡਾ ਗੁਰੂ ਘਰ ਇਸ ਸਬਰਬ ਦੇ ਵਿੱਚ ਹੈ, ਜਿਹੜੇ ਕਿ ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਦੂਰ ਹੈ। ਔਰ ਇਹਨਾਂ ਦਾ ਜਿਹੜਾ ਮੁੱਖ ਮਕਸਦ ਜਿਹੜਾ ਇਹਨਾਂ ਦੱਸਿਆ, ਸ਼ੇਅਰ ਕੀਤਾ ਕਿ ਸਿੱਖ ਆਇਡੈਂਟੀਟੀ ਨੂੰ ਮੁੱਖ ਰੱਖ ਕੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਫੌਜੀ ਭਾਈਆਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਆ। ਸੋ ਅਸੀਂ ਉਹਨਾਂ ਨਾਲ ਇਹ ਸਾਂਝ ਪਾਉਣਾ ਚਾਹੁੰਦੇ ਸਾਂ ਕਿ ਜਿਹੜੇ ਸਿੱਖ ਆ ਉਹ ਵੀ ਵਾਰੀਅਰਸ ਨੇ। ਅਸੀਂ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ ਜਿਹੜਾ ਉਹ ਅਸੀਂ ਸ਼ਾਮਲ ਸਾਂ। ਅਸੀਂ ਆਪਣੇ ਵੱਲੋਂ ਪੂਰੀ ਲੜਾਈ ਲੜੀ ਆ। ਔਰ ਜਦੋਂ ਸਾਡਾ ਮਕਸਦ ਇਹ ਸੀ ਜੇ ਅਸੀਂ ਦੱਸ ਸਕੀਏ ਕਿ ਅਸੀਂ ਵੀ ਰਿਟਰਨ ਜਿਹੜੇ ਸੋਲਜਰਸ ਆ ਸਾਡੇ ਜਿਹੜੇ ਜਿਹਨਾਂ ਫੌਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ, ਉਹ ਸਾਡਾ ਇੱਕ ਵੱਡਾ ਲੰਮਾ ਚੌੜਾ ਇਤਿਹਾਸ ਆ। ਸੋ ਉਸ ਇਤਿਹਾਸ ਨੂੰ ਵੇਖਦਿਆਂ ਹੋਇਆਂ ਸਾਡੇ ਜਿਹੜੇ ਆ ਭਾਈਚਾਰੇ ਦਾ ਹੋਰ ਵੀ ਸਤਿਕਾਰ ਆਸਟ੍ਰੇਲੀਅਨ ਭਾਈਚਾਰੇ ਦੇ ਵਿੱਚ ਵਧੇ, ਇਸ ਮਕਸਦ ਨੂੰ ਲੈ ਕੇ ਇਹਨਾਂ ਨੇ ਇਹ ਬੁੱਤ ਵਾਲਾ ਜਿਹੜਾ ਕੰਮ ਸ਼ੁਰੂ ਕੀਤਾ ਸੀਗਾ। ਅਮਰਿੰਦਰ ਜੀ, ਇਹਦਾ ਜਿਹੜਾ ਪ੍ਰੋਜੈਕਟ ਦੀ ਕਾਸਟ ਕਿੰਨੀ ਕੁ ਹੈਗੀ ਹੈ, ਜਿਹੜੀ ਆਪਾਂ ਜੇ ਗੱਲ ਕਰੀਏ ਤਾਂ? ਕਾਸਟ ਆਲਮੋਸਟ ਜੀ $1 ਲੱਖ ਦੇ ਆਸ-ਪਾਸ ਹੈ। ਔਰ ਅਸੀਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਜੈਕਟ ਜਿਹੜਾ ਹੈ ਉਹ ਕਰ ਰਹੇ ਹਾਂ। ਔਰ ਅਜੇ ਅਸੀਂ ਸਾਡਾ ਸ਼ਾਰਟਫਾਲ ਹੈਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਸੰਗਤ ਸਾਡਾ ਹੋਰ ਸਾਥ ਦਊਗੀ ਤੇ ਅਸੀਂ ਇਸ ਨੂੰ ਛੇਤੀ ਕੰਪਲੀਟ ਕਰ ਸਕਾਂਗੇ ਜੀ। ਇਹਦਾ ਜਿਹੜਾ ਸਾਈਜ਼ ਆ, ਕਿਉਂਕਿ ਆ ਤਾਂ ਇੱਕ ਮਾਡਲ ਦਿਸ ਰਿਹਾ ਹੈ, ਸੋ ਇਹਦਾ ਸਾਈਜ਼ ਕਿੱਡਾ ਕੁ ਹੋਏਗਾ ਜਿਹੜਾ ਜਦੋਂ ਆਪਾਂ ਇੱਥੇ ਸਥਾਪਿਤ ਕਰ ਲਿਆ ਬੁੱਤ, ਤੇ ਇਹਦਾ ਕੁੱਲ ਜਿਹੜਾ ਹਾਈਟ ਆ ਜਾਂ ਕਿੰਨਾ ਕੁ ਵੱਡਾ ਹੋਏਗਾ? ਇਸ ਸਟੈਚੂ ਦਾ ਜਿਹੜਾ ਸਾਈਜ਼ ਹੈ ਉਹ 1.8 ਮੀਟਰਸ, ਮਤਲਬ 6 ਫੁੱਟ, ਤਕਰੀਬਨ 6 ਫੁੱਟ। ਹਾਂਜੀ। ਅੱਛਾ ਜੀ। ਤੇ ਜਿਹੜਾ ਬੇਸ ਹੈ ਉਹ 1.5 ਮੀਟਰਸ, 1.5 ਮੀਟਰ ਦੇ ਕਰੀਬ। ਹਾਂਜੀ। ਤੇ ਟੋਟਲ ਇਹ ਜਿਹੜਾ ਹੈਗਾ ਉਹ ਕਾਫੀ ਉੱਚਾ ਇੱਥੇ ਦਿਖੇਗਾ। ਧਰਤੀ ਤੋਂ ਤਕਰੀਬਨ 3.25 ਮੀਟਰ ਉੱਚਾ ਇਹ ਦਿਖਾਈ ਦੇਵੇਗਾ। ਬਿਲਕੁਲ ਜੀ, ਬਿਲਕੁਲ। ਸੋ ਇਹ ਅਸੀਂ ਸਮਝਦੇ ਹਾਂ ਕਿ ਇਸ ਬੁੱਤ ਦੇ ਸਥਾਪਿਤ ਹੋਣ ਨਾਲ ਸਾਡੇ ਭਾਈਚਾਰੇ ਦੀ, ਸਥਾਨਕ ਆਸਟ੍ਰੇਲੀਅਨ ਭਾਈਚਾਰੇ ਦੇ ਵਿੱਚ ਸਾਂਝ ਜਿਹੜੀ ਆ ਉਹ ਹੋਰ ਵੀ ਵਧੇਗੀ ਔਰ ਇਹ ਇੱਕ ਵੇਖਣਯੋਗ ਸਥਾਨ ਬਣ ਜਾਵੇਗਾ। ਹੁਣ ਇਸ ਵੇਲੇ ਵੀ ਸਾਡੇ ਗੁਰੂ ਘਰ ਨੂੰ ਵੇਖਣ ਵਾਸਤੇ ਜਿੰਨੇ ਵੀ ਕੋਈ ਵਿਜ਼ਿਟਰਸ ਇੰਟਰਨੈਸ਼ਨਲ ਆਉਂਦੇ ਨੇ, ਉਹ ਉਚੇਚੇ ਤੌਰ 'ਤੇ ਗੁਰੂ ਘਰ ਆਪਣਾ ਦਰਸ਼ਨ ਕਰਨ ਵਾਸਤੇ ਗੁਰੂ ਘਰ ਦੇ ਆਉਂਦੇ ਨੇ। ਔਰ ਜਦੋਂ ਇਹ ਬੁੱਤ ਇੱਥੇ ਸਥਾਪਿਤ ਹੋ ਜਾਂਦਾ ਆ ਤਾਂ ਸਾਡੀ ਉਮੀਦ ਹੈ ਕਿ ਲੋਕ ਉਦੋਂ ਗੁਰੂ ਘਰ ਤੋਂ ਆਣ ਕੇ ਇਹ ਆਪਣਾ ਇਸ ਸਥਾਨ ਨੂੰ ਵੀ ਦੇਖਣਗੇ ਔਰ ਸਾਡੇ ਜਿਹੜੇ ਸਿੱਖ ਫੌਜੀ ਭਰਾ ਆ, ਜੋ ਉਹਨਾਂ ਦੀ ਕੰਟਰੀਬਿਊਸ਼ਨ ਆ ਵਰਲਡ ਵਾਰ 1 2 ਦੇ ਵਿੱਚ, ਉਹਨੂੰ ਵੀ ਆਪਣਾ ਸਮਰਪਣ ਕਰ ਸਕਣਗੇ। ਸੋ ਇਸ ਬੁੱਤ ਨੂੰ ਸਥਾਪਿਤ ਕਰਨ ਵਾਸਤੇ ਤੁਹਾਨੂੰ ਲੋਕਲ ਜਿਹੜੀ ਅਥਾਰਟੀ ਹੈ ਬਲੈਕ ਟਾਊਨ ਕੌਂਸਲ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ? ਖਾਸ ਤੌਰ 'ਤੇ ਸਾਡੇ 2 ਪੰਜਾਬੀ, ਇੱਕ ਸਿੰਘ ਅਤੇ ਕੌਰ ਜਿਹੜੇ ਕਾਉਂਸਲਰ ਨੇ, ਉਹਨਾਂ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਤੁਹਾਨੂੰ ਜੀ? ਡੈਫੀਨੇਟਲੀ ਜੀ, ਸਾਡੇ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ 3-4 ਸਾਲ ਤੋਂ ਮੈਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਜੀ। ਔਰ ਜਦੋਂ ਅਸੀਂ ਕੌਂਸਲ ਦੇ ਕੋਲ ਗਏ, ਕੌਂਸਲ ਨੇ ਖਿੜੇ ਮੱਥੇ ਸਾਨੂੰ ਸਵੀਕਾਰ ਕੀਤਾ ਇਸ ਪ੍ਰੋਜੈਕਟ ਦੇ ਉਲੀਕਣਾ ਉਹਨਾਂ ਨੇ। ਪਰ ਅਗੇਨ
ਕਾਫੀ ਸਾਰੇ ਜਿਹੜੀ ਪ੍ਰੋਬਲਮਸ ਆਈਆਂ ਜੀ। ਕਿਉਂਕਿ ਟੈਕਨੀਕਲ ਇਸ਼ੂਜ਼ ਅਗੇਨ ਸਾਨੂੰ ਕਈ ਚੀਜ਼ਾਂ ਸਾਨੂੰ ਉਹਨਾਂ ਨੂੰ ਦੱਸਣੀਆਂ ਪਈਆਂ ਵੀ ਸਾਡੀ ਹਿਸਟਰੀ ਕੀ ਹੈ ਸਮਝਾਉਣੀਆਂ ਹੈ ਨਾ। ਪਈਆਂ। ਸੋ ਕਾਉਂਸਲਰਸ ਦਾ ਵੀ ਪੂਰਾ ਸਹਿਯੋਗ ਰਿਹਾ ਔਰ ਪੂਰੀ ਜਿਹੜੀ ਲੋਕਲ ਗਵਰਨਮੈਂਟ ਆ ਉਹਨਾਂ ਨੇ ਸਾਨੂੰ ਸਪੋਰਟ ਦਿੱਤੀ ਸ਼ੁਰੂ ਤੋਂ ਹੀ। ਫਿਰ ਵੀ ਜਿਹੜੀਆਂ ਚੀਜ਼ਾਂ ਨੇ ਉਹ ਮਤਲਬ ਕਿਉਂਕਿ ਕੰਮ ਕਾਉਂਸਲਰਸ ਨੇ ਨਹੀਂ ਕਰਨਾ, ਜੀ ਜੀ ਐਡਮਿਨਿਸਟ੍ਰੇਸ਼ਨ ਨੇ ਕਰਨਾ। ਜੀ ਜੀ ਸੋ ਐਡਮਿਨਿਸਟ੍ਰੇਸ਼ਨ ਪਾਸੇ ਸਾਨੂੰ ਕਈ ਚੀਜ਼ਾਂ ਦਾ ਜਿਹੜਾ ਉਹ ਉਹਨਾਂ ਦੀ ਪਲੈਨਿੰਗ, ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ, ਉਹਨਾਂ ਨੂੰ ਸਮਝਾਉਣਾ ਕਿ ਸਿੱਖਾਂ ਦਾ ਕੀ ਅਸੀਂ ਕਿਉਂ ਲਗਾਉਣਾ ਚਾਹੁੰਦੇ ਹਾਂ, ਕਿਵੇਂ ਹੈ। ਔਰ ਫਿਰ ਇਹ ਵੀ ਕੁਐਸਚਨ ਆਇਆ ਵੀ ਤੁਸੀਂ ਲਗਾਓਗੇ ਤੇ ਹੋਰ ਵੀ ਆਉਣਗੇ ਕਿ ਕਿ ਮੈਂ ਕਿਹਾ ਚਲੋ ਉਹ ਵੀ ਆ ਜਾਣ, ਅਸੀਂ ਉਹਨਾਂ ਦੇ ਲਈ ਵੀ ਲਗਾ ਦਿਆਂਗੇ। ਸੋ ਇਟ ਵਾਜ਼ ਅ ਜਰਨੀ, ਪਰ ਅਸੀਂ ਡੈਫੀਨੇਟਲੀ ਸਾਨੂੰ ਬਲੈਕਟਨ ਕੌਂਸਲ ਨੇ ਸਾਨੂੰ ਇਹ ਹੁਣ ਸਪੋਰਟ ਦਿੱਤਾ ਹੈ ਔਰ ਇਸ ਦੇ ਉੱਤੇ ਪਬਲਿਕ ਕੰਸਲਟੇਸ਼ਨ ਚੱਲ ਰਹੀ ਹੈ ਔਰ ਉਮੀਦ ਹੈ ਕਿ ਇਹ ਵਿਦਿਨ ਮੰਥਸ ਟਾਈਮ ਅਸੀਂ ਇੱਕ ਕੋਈ ਡੇਟ ਨਿਸ਼ਚਿਤ ਕਰ ਸਕਦੇ ਹਾਂ ਕਿ ਇਸ ਨੂੰ ਅਸੀਂ ਕਦੋਂ ਇਹਨੂੰ ਇੰਸਟਾਲ ਕਰਨਾ। ਵੈਰੀ ਗੁੱਡ। ਤੇ ਇਹਦੇ ਵਾਸਤੇ ਜਿਹੜੀ ਫੰਡਿੰਗ ਆ, ਫੰਡਿੰਗ ਫਤਿਹ ਫਾਊਂਡੇਸ਼ਨ ਨੈਚੁਰਲੀ ਏਡੇ ਵੱਡੇ ਪ੍ਰੋਜੈਕਟ ਵਾਸਤੇ ਕੋਈ ਇੰਡੀਵਿਜੂਅਲ ਤਾਂ ਆਪਣੇ ਵੱਲੋਂ ਖਰਚ ਨਹੀਂ ਕਰ ਸਕਦਾ। ਸੋ ਜਿਹੜੀ ਫਤਿਹ ਫਾਊਂਡੇਸ਼ਨ ਹੈ ਉਹਨੇ ਕਿਸ ਤਰ੍ਹਾਂ ਦੀ ਐਫਰਟ ਸ਼ੁਰੂ ਕੀਤੀ ਆ ਫੰਡਸ ਵਾਸਤੇ, ਫੰਡਸ ਕਲੈਕਸ਼ਨ ਵਾਸਤੇ, ਔਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਟਰਾਂਸਪੇਰੈਂਸੀ ਆ, ਕਿਉਂਕਿ ਜਦੋਂ ਕੋਈ ਵੀ ਆਦਮੀ ਜਿਹੜਾ ਜਾਂ ਕੋਈ ਭੈਣ ਭਰਾ ਸਾਡਾ ਆਪਣੇ ਕਿਸੇ ਪ੍ਰੋਜੈਕਟ ਵਾਸਤੇ ਡੋਨੇਸ਼ਨ ਦਿੰਦਾ ਆ ਤਾਂ ਉਹਨਾਂ ਦੀ ਇੱਛਾ ਹੁੰਦੀ ਆ ਕਿ ਇਹ ਕੋਈ ਵੀ ਜਿਹੜੀ ਆਰਗੇਨਾਈਜੇਸ਼ਨ ਆ ਉਹਦੀ ਇੰਨੀ ਕੁ ਸਾਫ਼ ਗੋਈ ਹੋਵੇ ਕਿ ਆਪਾਂ ਨੂੰ ਜਿੰਨੇ ਵੀ ਪੈਸੇ ਗਏ ਨੇ ਉਹ ਸਹੀ ਥਾਂ ਤੇ ਲੱਗਣ। ਉਹਦੇ ਵਿੱਚੋਂ ਜਿਹੜੇ ਮੈਨੇਜਮੈਂਟ ਕਾਸਟ ਜਾਂ ਅਹੁਦੇਦਾਰ ਜਾਂ ਕੋਈ ਹੋਰ ਉਹ ਨਾ ਲੈ ਜਾਣ। ਸੋ ਉਸ ਸੰਬੰਧੀ ਤੁਹਾਡਾ ਨਿਸ਼ਚਾ ਕੀ ਹੈਗਾ? ਦੇਖੋ ਜੀ, ਸਭ ਤੋਂ ਪਹਿਲਾ ਸਟੈਪ ਤੇ ਅਸੀਂ ਇਹ ਲਿਆ ਕਿ ਅਸੀਂ ਜਿਹੜੀ ਫਤਿਹ ਫਾਊਂਡੇਸ਼ਨ ਆ ਉਹਨੂੰ ਐਜ਼ ਏ ਚੈਰਿਟੀ ਰਜਿਸਟਰ ਕਰਾਇਆ ਜੀ, ਤਾਂ ਕਿ ਔਰ ਚੈਰਿਟੀ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈ ਉਹ ਕਾਫੀ ਸਟ੍ਰਿਕਟ ਨੇ। ਉਹਦੇ ਵਿੱਚ ਸਾਨੂੰ ਆਡਿਟਡ ਰਿਪੋਰਟਸ ਮਤਲਬ ਹਰ ਸਾਲ ਸਾਨੂੰ ਦੇਣੀਆਂ ਪੈਂਦੀਆਂ ਨੇ, ਪ੍ਰੋਪਰਲੀ ਆਡਿਟਡ ਔਰ ਐਕਸਟਰਨਲ ਆਡਿਟਰ, ਇਹ ਨਹੀਂ ਕਿ ਅਸੀਂ ਆਪਣਾ ਆਡਿਟਰ ਕੋਈ ਰੱਖ ਲਈਏ। ਇੱਕ ਉਹ ਸਟੈਪ ਕੀਤਾ। ਦੂਸਰਾ ਸਟੈਪ ਇਹ ਹੈ ਕਿ ਜੋ ਵੀ ਕਿਸੇ ਨੇ ਸਾਨੂੰ ਜੇ ਕਿਸੇ ਨੇ $5 ਦੇ ਵੀ ਸਾਨੂੰ ਦਿੱਤੇ ਨੇ, ਅਸੀਂ ਉਹ ਸਾਰੇ ਅਸੀਂ ਆਪਣੀ ਵੈਬਸਾਈਟ ਦੇ ਉੱਤੇ ਉਹਨਾਂ ਦਾ ਨਾਮ ਔਰ ਕਿੰਨੀ ਅਮਾਊਂਟ ਸਾਨੂੰ ਮਿਲੀ ਹੈ ਉਹ ਪੂਰੀ ਉਹਦੇ ਉੱਤੇ ਜਾਣਕਾਰੀ ਉਹਦੇ 'ਤੇ ਹਾਸਿਲ ਆ। ਸੋ ਕਿਸੇ ਨੂੰ ਵੀ ਕੋਈ ਵੀ ਇਹਦੇ ਇਲਾਵਾ ਕੋਈ ਵੀ ਕੁਐਸਚਨ ਹੋਵੇ ਉਹ ਸਾਨੂੰ ਪੁੱਛ ਸਕਦਾ ਕਿ ਕੀ ਹੈ ਕੀ ਨਹੀਂ ਹੈ। ਔਰ ਜੋ ਵੀ ਬਜਟ ਹੈ ਇਹਦਾ ਉਹ ਵੀ ਬਹੁਤ ਹੀ ਟਰਾਂਸਪੇਰੈਂਟ ਹੈ, ਜਿਹੜਾ ਕਿੰਨੇ ਪੈਸੇ ਸਾਡੇ ਮਤਲਬ ਦੇ ਸਟੈਚੂ ਦੇ ਉੱਤੇ ਲੱਗ ਰਹੇ ਨੇ, ਕਿੰਨੇ ਸਾਡੀ ਸ਼ਿਪਿੰਗ ਕਾਸਟ ਹੈ, ਕਿੰਨੀ ਸਾਡੀ ਕੰਸਲਟੇਸ਼ਨ ਕਾਸਟ ਹੈ, ਕਿੰਨੇ ਸਾਡਾ ਹੋਰ ਜਿਹੜੇ ਸਟਰਕਚਰ ਜਾਂ ਕੰਸਟਰਕਸ਼ਨ ਦੇ ਉੱਤੇ ਕਾਸਟ ਹੈ, ਉਹ ਸਾਰੀਆਂ ਅਜੇ ਮਤਲਬ ਅੱਜ ਦੀ ਡੇਟ ਦੇ ਵਿੱਚ ਕੁਝ ਮਿੱਥੀਆਂ ਨਹੀਂ ਹੋਈਆਂ ਨੇ, ਬਟ ਸਟਿਲ ਉਹਨਾਂ ਦੀ ਪੂਰੀ ਡਿਟੇਲਸ ਜਿਹੜੀਆਂ ਨੇ ਜੋ ਸਾਨੂੰ ਪਤਾ ਹੈ ਉਹ ਅਸੀਂ ਪਾਈਆਂ ਹੋਈਆਂ ਨੇ। ਕਿਉਂਕਿ ਆਵਾਮ ਦੀ ਇਹੋ ਹੀ ਇੱਛਾ ਹੁੰਦੀ ਆ ਜੀ ਹਾਂ ਕਿ ਜੇ ਅਸੀਂ ਕਿਸੇ ਪ੍ਰੋਜੈਕਟ ਵਾਸਤੇ ਡੋਨੇਸ਼ਨ ਦੇ ਰਹੇ ਹਾਂ ਤੇ ਉਹ ਠੀਕ ਥਾਂ ਦੇ ਉੱਤੇ ਲੱਗੇ। ਬਿਲਕੁਲ। ਆਮ ਤੌਰ ਤੇ ਕੀ ਹੁੰਦਾ ਕਿ ਜਿਹੜੀਆਂ ਚੈਰਿਟੀ ਆਰਗੇਨਾਈਜੇਸ਼ਨਸ ਆ ਉਹਦੇ ਵਿੱਚੋਂ ਬਹੁਤ ਸਾਰੇ ਪ੍ਰਬੰਧਕੀ ਖਰਚੇ ਜਿਹੜੇ ਉਹਦੇ ਪ੍ਰਬੰਧ ਨੂੰ ਚਲਾ ਰਹੇ ਹੁੰਦੇ ਨੇ ਜਾਂ ਜਿਹੜੀ ਮੈਨੇਜਮੈਂਟ ਕਰ ਰਹੇ ਹੁੰਦੇ ਨੇ ਉਹ ਆਪਣੇ ਆਪ ਨੂੰ ਤਨਖਾਹਾਂ ਦੇ ਕੇ ਤੇ ਉਹ ਕੱਢ ਲੈਂਦੇ ਨੇ। ਸੋ ਇਹ ਮੈਂ ਸਪਸ਼ਟ ਕਰਨਾ ਚਾਹੂੰਗਾ ਕਿ ਫਤਿਹ ਫਾਊਂਡੇਸ਼ਨ ਦਾ ਮਾਡਲ ਕੀ ਹੈਗਾ ਕਿ ਕੋਈ ਪ੍ਰਬੰਧਕ ਵਾਲੀ ਕਾਸਟਾਂ ਤੁਸੀਂ ਚਾਰਜ ਕਰਨੀਆਂ ਕੱਢਣੀਆਂ ਕਿ ਜਾਂ ਇਹ ਸਾਰਾ ਨਿਰੋਲ ਜਿੰਨਾ ਪੈਸਾ ਆਇਆ ਸਾਰਾ ਪ੍ਰੋਜੈਕਟ ਤੇ ਲੱਗਣਾ? ਸਾਰਾ ਜੀ ਇੱਕ ਪਾਈ ਇਹਦੀ ਜਿਹੜੀ ਆ ਉਹ ਪ੍ਰੋਜੈਕਟ ਦੇ ਉੱਤੇ ਹੀ ਲੱਗਣੀ ਆ। ਇਹਦੇ ਤੇ ਅਸੀਂ ਸਾਰੇ ਜਿਹੜੇ ਆ ਬਹੁਤ ਐਫਰਟ ਕਰਕੇ ਅਸੀਂ ਫੰਡਸ ਜਿਹੜੀ ਮਤਲਬ ਫੰਡ ਰੇਜ਼ਿੰਗ ਸ਼ੁਰੂ ਕੀਤੀ ਹੋਈ ਆ। ਔਰ ਮਤਲਬ ਇਹਦੇ 'ਚ ਕੋਈ ਸਾਰੇ ਵੋਲੰਟੀਅਰ ਨੇ, ਇਹਦੇ 'ਚ ਕਿਸੇ ਨੇ ਕੋਈ ਵੀ ਪੈਸਾ ਨਹੀਂ ਲੈਣਾ ਜਾਂ ਅਸੀਂ ਕੋਈ ਵੀ ਪੈਸਾ ਆਪਣੇ ਕੋਲ ਨਹੀਂ ਰੱਖਣਾ। ਸਾਰਾ ਦਾ ਸਾਰਾ ਜੋ ਹੈ ਉਹ ਐਜ਼ ਏ ਪਬਲਿਕ ਮਨੀ ਹੈ ਔਰ ਪਬਲਿਕ ਦੇ ਇਸੇ ਪ੍ਰੋਜੈਕਟ ਦੇ ਉੱਤੇ ਹੀ ਲੱਗਣੀ ਹੈ। ਸੋ ਇਹ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ ਕਿ ਫਤਿਹ ਫਾਊਂਡੇਸ਼ਨ ਦਾ ਇਹ ਅਹਿਦ ਆ ਕਿ ਜਿਹੜਾ ਵੀ ਪੈਸਾ ਆਇਆ ਉਹ ਇਹਨਾਂ ਨੇ ਆਪਣੀ ਕਿਸੇ ਸੇਵਾ ਵਾਸਤੇ ਸੇਵਾ ਫਲ ਵਜੋਂ ਨਹੀਂ ਲੈਣਾ। ਔਰ ਜਿੰਨੀ ਵੀ ਇਹਨਾਂ ਦੀ ਸੇਵਾ ਆ ਉਹ ਵਲੰਟੀਅਰ ਸੇਵਾ ਆ, ਉਹ ਸਿੱਖੀ ਦੀ ਭਾਵਨਾ ਨੂੰ ਸੇਵਾ ਆ,
ਸਿੱਖੀ ਨੂੰ ਸੇਵਾ ਆ, ਪੰਜਾਬੀ ਭਾਈਚਾਰੇ ਨੂੰ ਸੇਵਾ ਆ। ਸੋ ਇਹਨਾਂ ਦੀ ਜਿੰਨੀ ਇਸ ਗੱਲ ਵਾਸਤੇ ਪ੍ਰਸ਼ੰਸਾ ਕੀਤੀ ਜਾਵੇ ਉਹ ਥੋੜ੍ਹੀ ਆ। ਸੋ ਮੇਰੇ ਸਵਾਲ ਪੁੱਛਣ ਦਾ ਮਕਸਦ ਇਹੀ ਸੀਗਾ ਕਿ ਆਮ ਲੋਕਾਂ ਵੱਲੋਂ ਮੈਂ ਸਵਾਲ ਕਰ ਰਿਹਾ ਸਾਂ ਕਿ ਕਿਸੇ ਨੂੰ ਇਹ ਜਿਹੜਾ ਭੋਰਾ ਰੱਤੀ ਭਰ ਵੀ ਇਹ ਵਹਿਮ ਨਾ ਰਹਿ ਜਾਵੇ ਕਿ ਸਾਡਾ ਜਿਹੜਾ ਭੇਜਿਆ ਹੋਇਆ $1 ਵੀ ਆ ਉਹ ਕਿਸੇ ਵੀ ਪ੍ਰਬੰਧ ਚਲਾ ਰਹੀ ਫਾਊਂਡੇਸ਼ਨ ਦੀ ਜੇਬ 'ਚ ਜਾਣਾ ਹੈ ਜਾਂ ਕੋਈ ਵਾਧੂ ਖਰਚੇ ਪਾਏ ਜਾਣੇ ਆ। ਇਹਨਾਂ ਨੇ ਜਿਵੇਂ ਦੱਸਿਆ ਕਿ ਹਰ ਇੱਕ ਖਰਚੇ ਦੀ ਬਕਾਇਦਾ ਰਸੀਦ ਔਰ ਬਕਾਇਦਾ ਕਮਿਊਨਿਟੀ ਦੀ ਇਨਫੋਰਮੇਸ਼ਨ ਜਿਹੜੀ ਆ ਵੈਬਸਾਈਟ ਦੇ ਉੱਤੇ ਵੀ ਉਪਲਬਧ ਹੋਊਗੀ, ਜਿਹੜਾ ਜਦੋਂ ਮਰਜ਼ੀ ਚਾਹੇ ਉਹ ਉਹਨੂੰ ਚੈੱਕ ਕਰ ਸਕਦਾ ਆ। ਸੋ ਜਿਹੜਾ ਜੇ ਕੋਈ ਭੈਣ ਭਰਾ ਇਹਦੇ ਵਾਸਤੇ ਡੋਨੇਸ਼ਨ ਕਰਨੀ ਚਾਹੁੰਦਾ ਆ ਤਾਂ ਬਾਜਵਾ ਸਾਹਿਬ ਉਹ ਕਿਸ ਤਰ੍ਹਾਂ ਜਾ ਕੇ ਕਰ ਸਕਦੇ ਨੇ, ਕਿੱਥੇ ਜਾ ਕੇ ਉਹ ਦੇ ਸਕਦੇ ਨੇ, ਚੈੱਕ ਦੇ ਸਕਦੇ ਨੇ, ਟਰਾਂਸਫਰ ਕਰ ਸਕਦੇ ਨੇ ਜਾਂ ਕੋਈ ਕੈਸ਼ ਦੇ ਸਕਦੇ ਨੇ? ਸੋ ਉਹਦਾ ਤੁਸੀਂ ਕੀ ਪ੍ਰਬੰਧ ਕੀਤਾ ਜੀ? ਕੈਸ਼, ਚੈੱਕ ਜਾਂ ਬੈਂਕ ਅਕਾਊਂਟਸ ਦੀਆਂ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਸਾਡੀ ਵੈਬਸਾਈਟ fatehfoundation.org.au ਦੇ ਉੱਤੇ ਮੌਜੂਦ ਨੇ ਜੀ। ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੋਵੇ ਟਰਾਂਸਫਰ ਦੀ ਜਾਂ ਕਿਵੇਂ, ਉਹ ਸਾਨੂੰ ਕੰਟੈਕਟ ਵੀ ਕਰਕੇ ਤੇ ਅਸੀਂ ਉਹਨਾਂ ਨੂੰ ਪੂਰੀਆਂ ਹੋਰ ਵੀ ਡਿਟੇਲਸ ਦੇ ਸਕਦੇ ਹਾਂ। ਇੱਕ GoFundMe ਦਾ ਵੀ ਲਿੰਕ ਹੈਗਾ ਹੈ, ਉਹ ਵੀ ਸਾਡੀ ਵੈਬਸਾਈਟ ਦੇ ਉੱਤੇ ਹੈਗਾ ਹੈ। ਔਰ ਜੇ ਕੋਈ GoFundMe ਦੇ ਉੱਤੋਂ ਵੀ ਪੈਸੇ ਪਾਉਣਾ ਚਾਹਵੇ ਤੇ ਉਹ ਵੀ ਸਾਨੂੰ ਉਹਦੇ ਉੱਤੇ ਪਾ ਸਕਦੇ ਨੇ ਜੀ। ਸੋ ਇਸ ਪ੍ਰੋਜੈਕਟ ਨੂੰ ਤੁਹਾਡਾ ਅੰਦਾਜ਼ਾ ਕੰਪਲੀਟ ਕਦੋਂ ਕੁ ਤੱਕ ਆਪਾਂ ਸਮਝਦੇ ਹਾਂ ਕਿ ਪ੍ਰੈਕਟੀਕਲੀ ਲੋਕ ਜਿਹਨੂੰ ਵਿਜ਼ਿਟ ਕਰਨ ਲਈ ਆ ਸਕਣ, ਕਿ ਕਦੋਂ ਕੁ ਤੱਕ ਆਪਾਂ ਇਹਦੀ ਉਮੀਦ ਕਰਦੇ ਹਾਂ ਕਿ ਹੋ ਜਾਏਗਾ ਇਹ? ਬਹੁਤ ਇਹ ਜਿਹੜਾ ਸਟੈਚੂ ਹੈ ਜੀ ਉਹ ਆਲਮੋਸਟ ਕੰਪਲੀਟ ਹੋ ਚੁੱਕਿਆ ਹੈ ਜੀ। ਫਾਈਨਲ ਸਟੇਜ ਟੱਚਿੰਗ ਉਹਦੀ ਚੱਲ ਰਹੀ ਹੈ, ਪ੍ਰੋਡਕਸ਼ਨ ਦੇ ਵਿੱਚ ਹੈ। ਔਰ ਲਾਈਕਲੀ ਮੈਂ ਉਮੀਦ ਕਰਦਾ ਕਿ ਮਈ ਐਂਡ ਤੱਕ ਸਾਡੇ ਕੋਲ ਇਹ ਸਟੈਚੂ ਪਹੁੰਚ ਜਾਏਗਾ। ਉਹਦੇ ਬਾਅਦ ਅਸੀਂ ਕੋਸ਼ਿਸ਼ ਮਤਲਬ ਜੋ ਸਾਈ ਕੌਂਸਲ ਦੇ ਨਾਲ ਸਾਡੀ ਜੋ ਗੱਲਬਾਤ ਚੱਲ ਰਹੀ ਹੈ, ਜੂਨ ਜਾਂ ਜੁਲਾਈ ਦੇ ਵਿੱਚ ਅਸੀਂ ਇਸ ਨੂੰ ਸਥਾਪਿਤ ਕਰ ਸਕਦੇ ਹਾਂ। ਕੀ ਬਾਤ ਹੈ ਜੀ। ਹਾਂਜੀ, ਬਹੁਤ ਬਹੁਤ ਸ਼ੁਭ ਇੱਛਾਵਾਂ ਜੀ ਤੁਹਾਡੇ ਇਸ ਪ੍ਰੋਜੈਕਟ ਵਾਸਤੇ। ਇਹ ਇੱਕ ਤਰ੍ਹਾਂ ਨਾਲ ਭਾਈਚਾਰੇ ਦੀ ਸੇਵਾ ਵੀ ਆ ਔਰ ਇਹਦੇ ਵਾਸਤੇ ਜਿੰਨਾ ਵੀ ਫਤਿਹ ਫਾਊਂਡੇਸ਼ਨ ਕੰਮ ਕਰ ਰਹੀ ਆ ਉਹ ਬੜੀ ਅੱਛੀ ਗੱਲ ਆ। ਸਾਡੇ ਦਵਿੰਦਰ ਧਾਰੀਆ ਜੀ ਵੀ ਇਸ ਫਤਿਹ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਨੇ ਔਰ ਹੁਣ ਤੱਕ ਜਿਹੜੀ ਇਹਨਾਂ ਦੀ ਦੇਣ ਆ ਸਾਡੇ ਸੱਭਿਆਚਾਰ ਨੂੰ, ਉਹਨੂੰ ਕੋਈ ਭੁੱਲਿਆ ਨਹੀਂ ਹੋਇਆ। ਸੋ ਇਹਨਾਂ ਨਾਲ ਮੈਂ ਤੁਹਾਡੀ ਸਾਂਝ ਪਾਉਣ ਜਾ ਰਿਹਾ ਕਿ ਧਾਰੀਆ ਸਾਹਿਬ ਤੁਸੀਂ ਦੱਸੋ ਕਿ ਇਸ ਪ੍ਰੋਜੈਕਟ ਨਾਲ ਕਿਸ ਤਰ੍ਹਾਂ ਜੁੜੇ ਹੋ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਪ੍ਰੋਜੈਕਟ ਨਾਲ ਜੁੜ ਕੇ? ਪ੍ਰੋਜੈਕਟ ਨੇ ਇੱਦਾਂ ਜੀ, ਜਦ ਮੈਂ 89 'ਚ ਆਇਆ ਸੀ ਜੀ ਤੇ ਉਦੋਂ ਤੋਂ ਹੀ ਜੋ ਵੀ ਚੰਗਾ ਲੱਗਦਾ ਕਮਿਊਨਿਟੀ ਦੀ ਡਿਵੈਲਪਮੈਂਟ ਵਾਸਤੇ ਸ਼ੁਰੂ ਕੀਤਾ ਜੀ। ਤੇ ਉਹਦੇ ਕਈ ਬੰਦੇ ਜੁੜਦੇ ਗਏ, ਟੁੱਟਦੇ ਗਏ। ਫਿਰ ਹਰਕੀਰਤ ਮੇਰੇ ਨਾਲ, ਹਰਕੀਰਤ ਸੰਧਰ ਜੁੜਿਆ ਜੀ। ਉਹ ਵਿਸਾਖੀ ਮੇਲਾ ਜਿਹੜਾ ਤੁਹਾਡੇ ਸਾਹਮਣੇ ਆ ਇੱਕ ਐਡਾ ਵੱਡਾ ਇਵੈਂਟ ਬਣ ਗਿਆ। ਉਹਦੇ ਤੋਂ ਬਾਅਦ ਅਮਰਿੰਦਰ ਨਾਲ ਤਾਲਮੇਲ ਹੋ ਗਿਆ ਜੀ। ਤੇ ਸੇਮ ਟਾਈਮ ਹਰਕੀਰਤ ਨੇ ਬੁੱਕ ਲਿਖੀ ਸੀ ਜਿਹਦੇ ਵਿੱਚ ਸਾਰੇ ਆਸਟ੍ਰੇਲੀਆ ਦਾ A to Z ਬਿਆਨ ਕੀਤਾ ਸਾਰੇ ਵਿਸ਼ਿਆਂ ਦੇ ਉੱਤੇ ਜੀ। ਤੇ ਉਹ ਚਲਦਿਆਂ ਫਿਰ ਜਦੋਂ ਅਮਰਿੰਦਰ ਮਿਲਿਆ ਤੇ ਉਦੋਂ ਫਿਰ ਸਿੱਖ ਸੋਲਜਰ ਬਾਰੇ ਜਦੋਂ ਇਸ ਪ੍ਰੋਜੈਕਟ ਦਾ ਪਤਾ ਲੱਗਾ ਤੇ ਸਭ ਤੋਂ ਪਹਿਲਾਂ ਅਸਾਂ ਰਲ ਕੇ ਇਹਦੇ ਤੇ ਵਿਚਾਰ ਕੀਤੀ ਤੇ ਫਤਿਹ ਫਾਊਂਡੇਸ਼ਨ ਜਿਹੜੀ ਆ ਉਹ ਆਰਗੇਨਾਈਜੇਸ਼ਨ ਜਿਹੜੀ ਉਹ ਕਾਇਮ ਕੀਤੀ। ਜੀ ਜੀ। ਤੇ ਫਤਿਹ ਫਾਊਂਡੇਸ਼ਨ ਦੇ ਵਿੱਚ ਅਮਰਿੰਦਰ ਬਾਜਵਾ ਵਾ, ਮੈਨੂੰ ਵੀ ਇਹਨਾਂ ਨੇ ਲਿਆ ਵਿੱਚ, ਹਰਕੀਰਤ ਸੰਧਰ ਆ, ਗੈਰੀ ਸਾਨੀ ਆ ਤੇ ਨਵਤੇਜ ਤੇਜਾ ਹਾਕੀ ਵਾਲਾ, ਤੁਸੀਂ ਉਹਨੂੰ ਜਾਣਦੇ ਹੋ। ਤੇ ਅਸੀਂ 5 ਐਕਟਿਵ ਮੈਂਬਰ ਆ, ਬਾਕੀ ਹੋਰ ਵੀ ਮੈਂਬਰ ਉਹਦੇ ਸਾਇਲੈਂਟ ਹੈ ਨੇ। ਠੀਕ ਹੈ ਜੀ। ਤੇ ਇਹ ਬੜੀ ਵੱਡੀ ਗੱਲ ਆ ਵੀ ਇਹ ਪ੍ਰੋਜੈਕਟ ਦੇ ਨਾਲ ਸਾਡੀ ਇੱਥੇ ਪਛਾਣ ਬਣੂਗੀ ਵੀ ਪੱਗ ਵਾਲੇ ਜਿਹੜੇ ਨੇ ਇਹ ਕੌਣ ਨੇ, ਇਹਨਾਂ ਦਾ ਆਸਟ੍ਰੇਲੀਆ ਨੂੰ ਕੰਟਰੀਬਿਊਟ ਕੀ ਆ ਤੇ ਜਿਹੜੇ ਅੱਜ ਦੀ ਤਰੀਕ ਸਾਡੀ ਨਫਰੀ ਆ ਵੀ ਇਹ ਆਸਟ੍ਰੇਲੀਆ ਨੂੰ ਕਿਹੜੇ ਵੇ ਨਾਲ ਕਿੱਥੋਂ ਕੰਟਰੀਬਿਊਟ ਕਰ ਰਹੇ ਆ। ਤੇ ਇੱਥੇ ਇਹ ਇੱਕ ਟੂਰਿਸਟ ਹੱਬ ਬਣ ਜਾਏਗੀ ਤੇ ਜਦੋਂ ਟੂਰਿਸਟ ਇੱਥੇ ਆਉਣਗੇ ਉਹ ਗੁਰਦੁਆਰੇ ਜਾਣਗੇ, ਗੁਰਦੁਆਰੇ ਦੀ ਸੰਗਤ ਜਦੋਂ ਉੱਥੇ ਆਉਂਦੇ ਆ ਉਹ ਇੱਥੇ ਆਇਆ ਕਰਨਗੇ। ਇਹ ਜਿਹੜੀ ਹੁਣ ਡੱਕ ਪਾਰਕ ਆ, ਹੋ ਸਕਦਾ ਇਹ ਪੰਜਾਬੀਆਂ ਦੀ ਮੇਲੇ ਦੀ ਪਾਰਕ ਇਹਦਾ ਨਾਂ ਹੋ ਜੇ ਕਿਸੇ ਦਿਨ ਨੂੰ। ਕੀ ਬਾਤ ਹੈ, ਸਾਡੀ ਇੱਛਾ ਰਹੂਗੀ ਇਹ, ਕਿਉਂਕਿ ਇਹ ਜਿਹੜਾ ਬੁੱਤ ਆ ਉਹ ਜਿਹੜੇ ਸਾਡੇ ਵਰਲਡ ਵਾਰ ਦੇ ਵਿੱਚ ਫੌਜੀ ਲੜੇ ਨੇ ਉਹਨਾਂ ਨੂੰ ਸਮਰਪਿਤ ਆ। ਤੇ ਤੁਸੀਂ ਤੁਹਾਡਾ ਪ੍ਰੋਫਾਈਲ ਆ ਕਿ ਪ੍ਰਮਾਤਮਾ ਨੇ ਤੁਹਾਨੂੰ ਬੜਾ ਵਧੀਆ ਮਿੱਠਾ ਗਲਾ ਦਿੱਤਾ ਆ, ਤੇ ਕਿਉਂ ਨਾ ਇੱਕ ਫੌਜੀ ਭਰਾਵਾਂ ਨੂੰ ਜਿਹੜਾ ਆ ਟ੍ਰਿਬਿਊਟ ਵਜੋਂ ਇੱਕ ਗੀਤ ਤੁਸੀਂ ਜੇ ਸ਼ੇਅਰ ਕਰੋ ਤਾਂ ਤੁਹਾਡੇ ਧੰਨਵਾਦੀ ਹੋਵਾਂਗੇ। ਠੀਕ ਹੈ ਜੀ। ਹਾਂਜੀ ਹਾਂ, ਥੈਂਕ ਯੂ। ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ, ਉਹ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਰਹੋ ਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ। ਰਹੋ ਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ। ਸਾਡਾ ਇਹ ਪ੍ਰਣਾਮ ਕਬੂਲੋ ਛੋਟੇ ਵੱਡੇ ਸਾਰੇ। ਰਹੋ ਸਲਾਮਤ ਅਮਰ ਸ਼ਹੀਦੋ ਜਿਉਂ ਅੰਬਰ ਦੇ ਤਾਰੇ। ਕੀ ਬਾਤ ਹੈ ਜੀ। ਇਹ ਉਸਤਾਦ ਜਮਲਾ ਜੱਟ ਜੀ ਦੀਆਂ ਲਾਈਨਾਂ। ਪੂਰਾ ਗੀਤ ਮੈਂ ਤਾਂ ਨਹੀਂ ਗਾਇਆ ਵੀ ਜਦੋਂ ਸਿੱਖ ਸੋਲਜਰ ਦਾ ਬੁੱਤ ਸਥਾਪਿਤ ਹੋ ਜਾਊਗਾ ਫਿਰ ਅਸੀਂ ਇੱਥੇ ਰੋਜ਼ ਹੀ ਗੀਤ ਗਾਇਆ ਕਰਨੇ ਕੀ ਬਾਤ ਹੈ, ਕੀ ਬਾਤ ਹੈ। ਥੈਂਕ ਯੂ ਜੀ। ਤੁਹਾਡੇ ਬਹੁਤ ਧੰਨਵਾਦੀ ਹਾਂ, ਤੁਸੀਂ ਪ੍ਰਾਈਮ ਏਸ਼ੀਆ ਦੇ ਨਾਲ ਆਪਣੀ ਸਾਂਝ ਪਾਈ ਆ। ਸੋ ਪ੍ਰਾਈਮ ਆਸਟ੍ਰੇਲੀਆ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ ਫਤਿਹ ਫਾਊਂਡੇਸ਼ਨ ਨੂੰ, ਤੇ ਅਸੀਂ ਬੜੀ ਜਲਦ ਇਸ ਬੁੱਤ ਨੂੰ ਸਥਾਪਿਤ ਹੋਇਆ ਵੇਖਾਂਗੇ ਔਰ ਉਸ ਦਿਨ ਉਚੇਚੇ ਤੌਰ ਤੇ ਇੱਕ ਪ੍ਰੋਗਰਾਮ ਕਰਾਂਗੇ ਜੀ। ਸੋ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ, ਤੁਹਾਡੇ ਲਈ ਧੰਨਵਾਦ ਜੀ।